ये सिस्टर का नाम मनजीत कौर है। ये फतेहाबाद के रहने वाले हैं। ये सिस्टर की मैरिज 2017 में हुई और उसके बाद ये सिस्टर प्रेग्नेंट हुए, लेकिन किसी कारण इनका मिसगैरेज हो गया, जिसके कारण ये बहुत परेशान हुए। फिर दूसरी बार ये सिस्टर फिर से प्रेग्नेंट हुए, लेकिन किसी कारण दूसरी बार भी मिसगैरेज हो गया, जिससे ये और भी परेशान हुए। इनकी निराशा बढ़ गई और फिर इनको डॉक्टर के पास लेके जाया गया और डॉक्टर ने इनको मेडिसिन दी, बहुत सारे टेस्ट करवाए, लेकिन टेस्ट में कुछ भी नहीं आया, जिससे ये बहुत परेशानी में रहते थे। फिर तीसरी बार ये सिस्टर फिर से प्रेग्नेंट हुए, लेकिन फिर किसी कारण मिसगैरेज हो गया, जिसके कारण इनकी परेशानी बहुत सारी बढ़ गई। ये सोचते थे कि ऐसा क्यों हो रहा है, और फिर इनको डॉक्टर के पास ले जाया गया और डॉक्टर ने टेस्ट किया और डॉक्टर ने बताया कि आपके बच्चेदानी में रसौलियाँ हैं, जिसके कारण आपका मिसगैरेज हो रहा है। उसके बाद इन्होंने बहुत सारी मेडिसिन खाई, लेकिन कोई भी रिजल्ट नहीं मिल रहा था और इन दोनों पति पत्नी में आपस में बहुत सारा लड़ाई झगड़ा रहता था। लड़ाई झगड़े के कारण इनका डिवोर्स भी होने वाला था और इसी कारण ये सिस्टर सुसाइड भी करने वाले थे। इसी कारण इनकी लाइफ बहुत ख़राब थी। और उसी बीच 4 अगस्त 2019 को इनको सुखपाल राणा मिनिस्ट्री के बारे में पता चला और इनकी फैमिली ज़बरदस्ती इनको चर्च में लेके आए। और चर्च में आने के बाद इस सिस्टर के ऊपर दुष्ट आत्मा आया और परमेश्वर के दास ने जब दुष्ट आत्मा और रसौलियों को डांटा, और उसी दिन से ये सिस्टर पूरी तरह से फ्री हो गए और उसके बाद ये सिस्टर प्रेग्नेंट हुए और आज परमेश्वर ने इनको बेटे के साथ ब्लेस किया है। इस बड़ी गवाही के लिए ज़ोर से हम तारीफ करेंगे। आइए ये गवाही को इनके मुँह से सुनते हैं। जय मसीह दी सारिਆਂ ਨੂੰ ਧੰਨਵਾਦ ਕਰਦੀ ਹਾਂ ਪਰਮੇਸ਼ਰ ਦਾ, ਧੰਨਵਾਦ ਕਰਦੀ ਹਾਂ ਪ੍ਰੇਰਿਤ ਸੁਖਪਾਲ ਰਾਣਾ ਜੀ ਦਾ। ਮੇਰਾ ਨਾਮ ਮਨਜੀਤ ਕੌਰ, ਮੈਂ ਪਿੰਡ ਫਤਿਹਾਬਾਦ ਤੋਂ ਬਿਲੋਂਗ ਕਰਦੀ ਹਾਂ। ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ। 2017 ਦੇ ਵਿੱਚ ਮੇਰੀ ਮੈਰਿਜ ਹੋਈ। 2-3 ਮਹੀਨੇ ਬਾਅਦ ਮੈਂ ਪ੍ਰੈਗਨੈਂਟ ਹੋਈ। ਸਾਰੇ ਬੰਨੇ ਬੜਾ ਖੁਸ਼ੀ ਦਾ ਮਾਹੌਲ ਸੀ ਤੇ ਮੇਰੇ ਪਰਿਵਾਰ ਦੇ ਵਿੱਚ ਵੀ ਬੜੀ ਖੁਸ਼ੀ ਮਨਾਈ ਜਾਂਦੀ ਸੀ ਇਸ ਗੱਲ ਦੀ। ਤੇ ਮੈਨੂੰ ਬੜਾ ਚਾਅ ਸੀ ਕਿ ਮੈਂ ਮਤਲਬ ਮਾਂ ਬਣਨ ਵਾਲੀ ਹਾਂ, ਪਰ ਕੁਝ ਸਮਾਂ ਪਾ ਕੇ ਮੇਰਾ ਮਿਸਕੈਰੇਜ ਹੋ ਗਿਆ। ਮੈਂ ਪਰੇਸ਼ਾਨ ਹੋਈ ਕਾਫੀ, ਪਰ ਪਰਿਵਾਰ ਦੇ ਹੌਸਲੇ ਦੇ ਨਾਲ ਚਲੋ ਮੈਂ ਫਿਰ ਸੋਚਿਆ ਕਿ ਚਲੋ ਕੋਈ ਗੱਲ ਨਹੀਂ। ਉਸ ਤੋਂ ਬਾਅਦ ਫਿਰ ਕੁਝ ਸਮਾਂ ਪਾ ਕੇ ਫਿਰ ਮੈਂ ਪ੍ਰੈਗਨੈਂਟ ਹੋਈ। ਫਿਰ ਮੇਰਾ ਮਿਸਕੈਰੇਜ ਹੋ ਗਿਆ ਕਿਸੇ ਕਾਰਨ। ਤੇ ਉਸ ਤੋਂ ਬਾਅਦ ਬਹੁਤ ਦਵਾ ਦਾਰੂ ਕਰਵਾਇਆ, ਸਿਆਣਿਆਂ ਦੇ ਵੀ ਗਏ, ਮਤਲਬ ਕਈ ਕੁਛ ਕੀਤਾ। ਜਿੱਥੇ ਕੋਈ ਕਹਿੰਦਾ ਸੀ ਉੱਥੇ ਹੀ ਚਲ ਜਾਂਦੇ ਸੀ। ਤੇ ਮੇਰੇ ਹਸਬੈਂਡ ਮੈਨੂੰ ਹਰ ਜਗ੍ਹਾ ਤੇ ਟੈਸਟ ਕਰਵਾਉਣ ਲੈ ਕੇ ਜਾਂਦੇ ਰਹੇ। ਆਪਣਾ ਵੀ ਉਹਨਾਂ ਨੇ ਟੈਸਟ ਕਰਵਾਇਆ, ਪਰ ਕਿਸੇ ਵੀ ਗੱਲ ਦਾ ਕੋਈ ਹੱਲ ਨਹੀਂ ਹੋਇਆ। ਇਹ ਸਭ ਕੁਝ ਚੱਲਦੇ ਹੋਏ ਮੈਂ ਫਿਰ ਤੀਸਰੀ ਵਾਰੀ ਪ੍ਰੈਗਨੈਂਟ ਹੋਈ। ਪਰ ਤੀਸਰੀ ਵਾਰੀ ਪ੍ਰੈਗਨੈਂਟ ਹੋਈ ਜ਼ਰੂਰ, ਪਰ ਫਿਰ ਮੇਰਾ ਥੋੜ੍ਹੇ ਟਾਈਮ ਬਾਅਦ ਮਿਸਕੈਰੇਜ ਹੋ ਗਿਆ। ਤੀਸਰੀ ਵਾਰੀ ਜਦੋਂ ਮੇਰਾ ਮਿਸਕੈਰੇਜ ਹੋਇਆ ਤੇ ਮੇਰਾ ਟੈਸਟ ਹੋਇਆ, ਟੈਸਟ ਕਰਵਾਇਆ ਤੇ ਟੈਸਟ ਦੇ ਵਿੱਚ ਡਾਕਟਰ ਨੇ ਦੱਸਿਆ ਕਿ ਤੁਹਾਡੇ ਬੱਚੇਦਾਨੀ ਦੇ ਅੰਦਰ 3 ਰਸੌਲੀਆਂ ਵਾ। 3 ਰਸੌਲੀਆਂ ਹੋਣ ਦੇ ਬਾਵਜੂਦ ਜਦੋਂ ਤੱਕ ਤੁਸੀਂ ਰਸੌਲੀਆਂ ਦਾ ਇਲਾਜ ਨਹੀਂ ਕਰਵਾਉਂਦੇ, ਉਦੋਂ ਤੱਕ ਤੁਸੀਂ ਪ੍ਰੈਗਨੈਂਟ ਨਹੀਂ ਹੋ ਸਕਦੇ। ਤੇ ਜਦੋਂ ਮੇਰਾ ਮਿਸਕੈਰੇਜ ਹੋਇਆ ਤੇ ਮੈਂ ਅੰਦਰੋਂ ਇੱਕਦਮ ਇੰਨਾ ਟੁੱਟ ਚੁੱਕੀ ਹਾਂ ਕਿ ਮਤਲਬ ਮੇਰੇ ਕੋਲ ਨਾ ਕੋਈ ਮਤਲਬ ਹੱਲ ਦੱਸਣ ਨੂੰ ਹੈਗਾ ਸੀ ਤੇ ਨਾ ਕੋਈ ਮੈਨੂੰ ਕਿਸੇ ਰਸਤੇ ਤੇ ਲੈ ਕੇ ਜਾਣ ਵਾਲਾ ਹੈਗਾ ਸੀ। ਮੇਰੇ ਪਤੀ ਦੇ ਵਿੱਚ ਮੇਰੇ ਵਿੱਚ ਬਹੁਤ ਜ਼ਿਆਦਾ ਅਣਬਣ ਰਹਿਣੀ ਚਾਲੂ ਹੋ ਗਈ। ਸਾਡੀ ਡਿਵੋਰਸ ਤੱਕ ਗੱਲ ਚੱਲ ਗਈ। ਤੇ ਉਸ ਤੋਂ ਬਾਅਦ ਮੈਂ ਡਿਪਰੈਸ਼ਨ 'ਚ ਰਹਿਣਾ ਸ਼ੁਰੂ ਹੋ ਗਈ। ਆਪਣੇ ਆਪ ਤੋਂ ਇਹੋ ਸੋਚਦੀ ਰਹੀ ਕਿ ਮੇਰੇ ਨਾਲ ਕਿਉਂ ਰੱਬ ਇੱਦਾਂ ਕਰਨ ਦਿਆ ਵਾ, ਜਾਂ ਮੇਰੇ ਕੋਲ ਬੱਚਾ ਕਿਉਂ ਨਹੀਂ ਬਚਦਾ ਪਿਆ, ਮੇਰੇ ਵਿੱਚ ਕੀ ਇਹੋ ਜਿਹਾ ਨੁਕਸ ਆ ਗਿਆ ਵਾ। ਹਰ ਪਰਿਵਾਰ ਦੇ ਵਿੱਚੋਂ ਮੈਨੂੰ ਤਾਨੇ ਮਿਹਣੇ ਵੱਜਣੇ ਚਾਲੂ ਹੋ ਗਏ। ਮਤਲਬ ਸਹੁਰੇ ਪਰਿਵਾਰ ਦੇ ਵਿੱਚੋਂ ਜ਼ਿਆਦਾ ਤਾਨੇ ਮਿਹਣੇ ਵੱਜਣੇ ਚਾਲੂ ਹੋ ਗਏ। ਇੱਧਰ ਆਪਣੇ ਪੇਕੇ ਪਰਿਵਾਰ ਦੇ ਵਿੱਚ ਆਉਣਾ ਤਾਂ ਵੀ ਮਿਹਣੇ ਵੱਜਣੇ ਕਿ ਮਤਲਬ ਤੇਰੇ ਔਲਾਦ ਨਹੀਂ ਹੈਗੀ, ਤੂੰ ਉੱਥੇ ਚੱਲ ਜਾ, ਤੂੰ ਇੱਥੇ ਚੱਲ ਜਾ। ਇਸੇ ਦੇ ਚੱਲਦਿਆਂ ਹੀ ਸਾਡਾ ਡਿਵੋਰਸ ਹੁਣ ਤੱਕ ਗੱਲ ਚੱਲ ਗਈ।
ਜਦੋਂ ਡਿਵੋਰਸ ਹੋਣ ਤੱਕ ਗੱਲ ਚੱਲ ਗਈ ਤੇ ਮੈਂ ਇਹੋ ਸੋਚ ਲਿਆ ਕਿ ਹੁਣ ਮੈਂ ਸੁਸਾਈਡ ਕਰ ਲੈਣਾ, ਕਿਉਂਕਿ ਮੇਰੇ ਕੋਲ ਕੁਝ ਵੀ ਨਹੀਂ ਸੀ ਉਸ ਟਾਈਮ। ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਇਦਾਂ ਲੱਗਣ ਲੱਗ ਪਿਆ ਸੀ ਕਿ ਮੇਰੇ ਕੋਲ ਕੁਝ ਨਹੀਂ ਹੈਗਾ। ਹੁਣ ਮਰਨ ਵਾਸਤੇ ਸੋਚਿਆ, 3 ਵਾਰੀ ਸੁਸਾਈਡ ਕਰਨ ਵਾਸਤੇ ਵੀ ਸੋਚਿਆ, ਪਰ ਕੋਈ ਇਹ ਚੀਜ਼ ਦਾ ਮੈਨੂੰ ਹੱਲ ਪਤਾ ਨਹੀਂ ਸੀ ਲੱਗਦਾ ਕਿ ਮਤਲਬ ਮੇਰਾ ਕਿੱਦਾਂ ਕੋਈ ਮੇਰੀ ਜ਼ਿੰਦਗੀ ਦਾ ਹੱਲ ਕਿਵੇਂ ਹੋਊਗਾ, ਕਿੱਦਾਂ ਮੈਨੂੰ ਰਸਤਾ ਦਿਖੂਗਾ। ਕੁਛ ਮੈਨੂੰ ਇਸ ਬਾਰੇ ਕੁਛ ਪਤਾ ਨਹੀਂ ਲੱਗਿਆ। ਪਰ ਜਦੋਂ ਮੈਂ ਸੁਸਮਾਚਾਰ ਸੁਣਿਆ, ਮੈਨੂੰ ਪਰਮੇਸ਼ਰ ਬਾਰੇ ਕਿਸੇ ਸਿਸਟਰ ਨੇ ਦੱਸਿਆ, ਤੇ ਮੈਂ ਇਹੀ ਸੋਚਣਾ ਕਿ ਨਹੀਂ, ਮੈਂ ਇਸ ਧਰਮ ਵਿੱਚ ਨਹੀਂ ਜਾਣਾ, ਮੈਂ ਨਹੀਂ ਜਾ ਸਕਦੀ ਇੱਧਰ, ਕਿਉਂਕਿ ਮੇਰੀ ਸਰਦਾਰ ਫੈਮਿਲੀ ਆ। ਸਰਦਾਰ ਫੈਮਿਲੀ ਦੇ ਵਿੱਚੋਂ ਮੈਂ ਕਿੱਦਾਂ ਜਾ ਸਕਦੀ ਹਾਂ? ਜੇ ਮੇਰੇ ਪੇਕੇ ਮੰਨਣਗੇ, ਮੇਰੇ ਸਹੁਰਿਆਂ ਨੇ ਨਹੀਂ ਮੰਨਣਾ। ਜੇ ਮੇਰੇ ਸਹੁਰੇ ਮੰਨਣਗੇ, ਮੇਰੇ ਪੇਕਿਆਂ ਨੇ ਨਹੀਂ ਮੰਨਣਾ। ਮੈਂ ਕਿੱਦਾਂ ਜਾਊਂਗੀ ਇੱਧਰ? ਫਿਰ ਇੱਕ ਦਿਨ ਅਚਾਨਕ ਮੇਰੇ ਘਰ ਵਾਲੇ ਮੈਨੂੰ ਦੱਸੇ ਬਗੈਰ ਮੈਨੂੰ ਚਰਚ ਦੇ ਵਿੱਚ ਲੈ ਕੇ ਆਏ, ਤੇ ਜਦੋਂ ਅਸੀਂ ਗੇਟ ਦੇ ਅੱਗੇ ਆਏ ਤੇ ਮੈਂ ਮਤਲਬ ਬਾਹਰ ਨੂੰ ਭੱਜਣਾ ਚਾਲੂ ਕਰ ਦਿੱਤਾ ਕਿ ਤੁਸੀਂ ਮੈਨੂੰ ਕਿੱਥੇ ਲੈ ਕੇ ਆਏ ਜੇ। ਇਹਨਾਂ ਨੂੰ ਗਾਲ ਮੰਦਾ ਵੀ ਕਰਨਾ ਚਾਲੂ ਕਰ ਦਿੱਤਾ ਕਿ ਤੁਸੀਂ ਮੈਨੂੰ ਕਿਉਂ ਇੱਥੇ ਲੈ ਕੇ ਆਏ ਜੇ, ਕਿਹੜੀ ਗੱਲੋਂ ਲੈ ਕੇ ਆਏ ਜੇ, ਮੈਨੂੰ ਕੀ ਹੋਇਆ ਵਾ? ਮੈਨੂੰ ਕੁਛ ਨਹੀਂ ਹੋਇਆ, ਮੈਨੂੰ ਵਾਪਸ ਲੈ ਕੇ ਜਾਓ। ਤੇ ਉਸ ਤੋਂ ਬਾਅਦ ਜਦੋਂ ਮੈਨੂੰ ਇਹ ਜ਼ਬਰਦਸਤੀ ਲੈ ਕੇ ਆਏ ਅੰਦਰ, ਗੇਟ ਤੋਂ ਅੰਦਰ ਇਹ ਲੈ ਕੇ ਆਏ ਜਦੋਂ, ਤੇ ਉਦੋਂ ਮੇਰੇ ਤੇ ਦੁਸ਼ਟ ਆਤਮਾ ਆਈ। ਵਲੰਟੀਅਰ ਮੈਨੂੰ ਅੱਗੇ ਲੈ ਕੇ ਗਏ। ਫਿਰ ਪਰਮੇਸ਼ਰ ਦੇ ਦਾਸ ਨੇ ਮੇਰੇ ਲਈ ਪ੍ਰਾਰਥਨਾ ਕੀਤੀ, ਤੇ ਮੇਰੇ ਤੇ ਜੋ ਦੁਸ਼ਟ ਆਤਮਾਵਾਂ ਆਈਆਂ ਸੀ, ਜੋ ਮੇਰੇ ਅੰਦਰ ਰਸੌਲੀਆਂ ਸੀ, ਉਹਨਾਂ ਨੂੰ ਡਾਂਟਿਆ। देखो ये पत्थर की तरह कर दिया इसका शरीर, लेकिन आज मैं खुदा का दास हूं और ये डिक्लेयर करता हूं कि आज के बाद इसके जीवन में ये दुष्ट आत्मा नहीं रहेगा। और ये शैतान, सुन मेरी बात और मुझसे बात कर और सामने और की देख, इधर देख। कौन है तू? बोल, क्या नाम है तेरा? क्या नाम है तेरा? बोल, क्या नाम है तेरा? बोल, कौन है तू? क्या नाम है तेरा? पीछे कर लो माई। अरे खर्रबा लबरिस्तो कोर्रबा अरे खर्रबा लदरी अंदर तुझे डिस्कनेक्ट करता हूं शैतानी आत्माओं, हमेशा के लिए इस बॉडी से, इस जीवन से। तेरा बंधन, तेरा जादू टूने का बंधन, क्या भी बंधन, तुझे आज मैं डिस्कनेक्ट करता हूं इस बॉडी से। चल चल, निकल, शट, फ्री फ्री फ्री, छोड़ दो इसे, फ्री इन द नेम ऑफ जीसस। खड़ी हो जा बच्ची, खड़ी हो जा, खड़ी हो, सीधी हो, सीधी खड़ी हो, खड़ी हो सीधी, पूरा खड़ा करो, सीधा करो, पूरा सीधा खड़े हो। कहां से आई तू? कहां से आई है? फतेहाबाद। कितनी है? गोइंदवाल साहब लगे। कब से ये बीमारी, ये दुष्ट आत्मा की? सर ਜਦੋਂ ਦੀ ਮੇਰੀ ਮੈਰਿਜ ਹੋਈ। कितने साल हो गए मैरिज हुई को? 2 साल 4 महीने। बच्चा? सर 3 मिसकैरेज हो गए। 3 मिसकैरेज हुए। सर ਹੁਣ ਡਾਕਟਰਾਂ ਨੇ ਦੱਸਿਆ ਵਾ ਕਿ ਤੇਰੇ ਅੰਦਰ 3 ਰਸੌਲੀਆਂ ਵਾ। तो गवाही से आएगी ये बाहर आने वाली है। ਤੇ ਉਸੇ ਦਿਨ ਤੋਂ ਹੀ ਮੇਰਾ ਛੁਟਕਾਰਾ ਹੋ ਗਿਆ। ਫਿਰ ਮੈਂ 1 ਮਹੀਨੇ ਬਾਅਦ ਪ੍ਰੈਗਨੈਂਟ ਹੋਈ ਤੇ ਅੱਜ ਪਰਮੇਸ਼ਰ ਨੇ ਮੈਨੂੰ ਬੇਟੇ ਦੇ ਨਾਲ ਬਲੈਸ ਕੀਤਾ। ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਜੋ ਕੰਮ 3 ਸਾਲ ਵਿੱਚ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਦਵਾ ਦਾਰੂ, ਕੋਈ ਸਿਆਣਾ ਮਿਲਾਣਾ ਨਹੀਂ ਕਰ ਪਾਇਆ ਸੀ, ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਮੇਰੀ ਜ਼ਿੰਦਗੀ ਦੇ ਵਿੱਚ ਕਰ ਵਿਖਾਇਆ। ਸਾਡੇ ਪਰਿਵਾਰ ਦੇ ਵਿੱਚ ਹੁਣ ਸਾਰੇ ਹੀ ਖੁਸ਼ ਆ। ਮੇਰੇ ਸਹੁਰੇ ਪਰਿਵਾਰ ਦੇ ਵਿੱਚ, ਮੇਰੇ ਪੇਕੇ ਪਰਿਵਾਰ ਦੇ ਵਿੱਚ, ਤੇ ਮੇਰੇ ਪਤੀ ਤੇ ਮੇਰੇ ਵਿੱਚ ਹੁਣ ਕੋਈ ਵੀ ਇਹੋ ਜਿਹੀ ਖਟਾਸ ਨਹੀਂ ਜ਼ਿੰਦਗੀ ਦੇ ਵਿੱਚ ਹੈਗੀ।
ਅਸੀਂ ਦੋਵੇਂ ਜਣੇ ਬਹੁਤ ਜ਼ਿਆਦਾ ਖੁਸ਼ ਹਾਂ। ਪ੍ਰਭੂ ਯਿਸੂ ਮਸੀਹ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਪਰਮੇਸ਼ਵਰ ਦੇ ਦਾਸ ਪ੍ਰੇਰਿਤ ਸੁਖਪਾਲ ਰਾਣਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਜੈ ਮਸੀਹ ਦੀ।